आज संगरूर से 5 बड़े राजनीतिक चेहरों ने अपने नामजद के पत्र दाखिल किए। अगर बात संगरूर की करें तो यहां से आज अरविंद खन्ना और कैबिनेट मंत्री विजेंद्र सिंगला ने अपना नामांकन भरा। वहीं दूसरी ओर अमन अरोड़ा और श्रोमणी अकाली दल से बलदेव सिंह मान ने अपने नाम का पत्र दाखिल किया और लहरागागा से बीबी राजेंद्र कौर भट्टल ने भी आज नॉमिनेशन फॉर्म भरा। सभी उम्मीदवारों ने मीडिया से बातचीत करते हुए कहा कि वह भारी बहुमत से जीत हासिल करेंगे और 2022 में उनकी पार्टी की सरकार बनेगी, लेकिन इसका फैसला तो वक्त के गर्भ में छुपा है, जिसका नतीजा 10 मार्च को ही पता चलेगा कि कौन सी पार्टी पंजाब में सत्ता पर कब्जा करती है। एक मिनट खड़ जा, रुक जाओ, रुकी करो जी, पूरा एक ग्रुप कर लो ना जी। खड़ जो एक मिनट, जायन दो पर की चाचा आ जाओ जी। हाँ वैसे तू फोन बंद करी। इसी करनी देखिए पी इधर है माड़े मैडम खड़े कर बराबर वो बात उन्होंने अपने कागज I've been nominated as a candidate to fill a seat in the Legislative Assembly to swear in the name of God solemnly that I will bear true faith and allegiance to the Constitution of India by law established, and that I will uphold the sovereignty and integrity of India. India as by law established, and that I will uphold the sovereignty and integrity of India. Thank you. दाखिल कितने की कहना चाहते अकाल पुरख अगे बेनती करके चले हैं कि सानू जित बख्श करे। तो मैं सनाम जोड़ा शहर है इन्हों उधम सिंह वाला सनाम बना के दिखा दा, बस मेरी तो यही मन की कामना है। सर विरोधी कह रहे हैं कि सनाम ਦੇ ਵਿੱਚ ਕੋਈ ਕੈਂਡੀਡੇਟ नहीं मिले अकाली दल ਨੂੰ, ਕਾਂਗਰਸ ਨੇ भी ਬਾਹਰੋਂ ਲਿਆ ਕੇ ਡੜਬਾ ਤੋਂ ਲੈ ਕੇ ਆਇਆ ਤੇ ਅਕਾਲੀ ਦਲ ਨੂੰ ਵੀ ਕਿਵੇਂ ਦੇਖਦੇ ਚੁਣੌਤੀਆਂ ਕਿਵੇਂ ਦੇਖੋਗੇ? ਇਹ ਤਾਂ ਕਹਿਣ ਦੀਆਂ ਗੱਲਾਂ ਨੇ ਸਾਰਿਆਂ ਦੇ ਜਿਹੜਾ ਕਿਹੜਾ ਸਨਾਮ ਦਾ ਕੈਂਡੀਡੇਟ ਆ ਜਿਹੜਾ ਕਹਿੰਦਾ ਵੀ ਬਾਹਰੋਂ ਆਏ ਨੇ, ਇਹ ਵੀ ਤਾਂ ਬਾਹਰ ਵਸਦਾ, ਇਹ ਤਾਂ ਚੰਡੀਗੜ੍ਹ ਰਹਿੰਦਾ। ਇਹਦਾ ਮੈਨੂੰ ਕਹਿਣਾ ਨਹੀਂ ਚਾਹੀਦਾ ਸੀ ਕਿਉਂਕਿ ਮੈਂ ਤੈਨੂੰ ਆਪਦੇ ਪੁੱਤ ਬਰਾਬਰ ਹੀ ਸਮਝਦਾ, ਪਰ ਇਹ ਤਾਂ ਮੇਰਾ ਸ਼ੇਰ ਤਾਂ ਰੋਜ਼ ਚੰਡੀਗੜ੍ਹ ਹੀ ਰਹਿੰਦਾ, ਪਛਰਾਮ ਤਾਂ ਰਹੇ ਨਹੀਂ ਇਹ। ਜਿਸ ਵੇਲੇ ਕਿਤੇ ਵੇਲੇ ਜਨਮ ਹੋ ਗਿਆ ਤਾਂ ਠੀਕ ਹੈ, ਹੁਣ ਤਾਂ ਚੰਡੀਗੜ੍ਹ ਤੋਂ ਪੈਰ ਨਹੀਂ ਪੜਦਾ। ਸੋਚਦਾ ਮੈਂ ਤਾਂ ਕਿ ਮੈਥੋਂ ਵੀ ਦੂਰ ਤੋਂ ਆਇਆ, ਮੈਂ ਤਾਂ ਨਾਲ ਵਸਦਾ। मेरे तो चलो मेरी तो मजबूरी भी इस करके सी कि मेरा हल्का रिजर्व हो गया, पार्टी ने मैंने इतने फिट समझा, पार्टी ला रहा था इतने ला था। तो पार्टी हूँ भगवंत मान
ਫਿਰ ਉਹਨੂੰ ਉਹਦਾ ਹਰਕਤ ਦਾ ਇੱਧਰ ਪੈਂਦਾ ਸੀ ਕਿ ਭਗਵੰਤ ਮਾਨ ਧੂਰੀ ਕਿਉਂ ਗਿਆ, ਇਹ ਵੀ ਦੱਸਣ ਨਾ ਕਿੱਥੋਂ ਆਇਆ ਕਿੱਥੋਂ ਗਿਆ। ਇਹਨੇ 100 ਕੈਂਡੀਡੇਟ ਕਿੱਥੋਂ ਕਿੱਥੋਂ ਜਾ ਕੇ ਕਿੱਥੇ ਲਏ ਨੇ, ਇਹਨਾਂ ਨੇ ਬਦਲ ਕੇ ਕੈਂਡੀਡੇਟ ਰੱਖੇ ਨੇ। ਸੋ ਇਹ ਕੋਈ ਗੱਲ ਨਹੀਂ ਹੁੰਦਾ, ਇਹ ਪਾਰਟੀ ਦਾ ਹੁਕਮ ਹੁੰਦਾ ਹੈ ਕਿ ਜਿੱਥੇ ਮਰਜ਼ੀ ਚਾਹੇ ਜਿਸ ਨੂੰ ਯੋਗ ਸਮਝੇ ਉੱਥੇ ਉਸ ਨੂੰ ਲੜਾ ਸਕਦੀ ਹੁੰਦੀ। ਇਸ ਲਈ ਕਿੰਤੂਪਨ ਤੇ ਕਰਨਾ ਨਹੀਂ। ਇਹ ਤਾਂ ਮੈਂ ਸਮਝਦਾ ਉਹਨਾਂ ਦੀ ਛੋਟੀ ਸੋਚ ਹੈ ਜਾਂ ਉਹਨਾਂ ਨੂੰ ਹਾਰ ਦਿੱਤੀ ਹੈ, ਇਸ ਕਰਕੇ ਉਹ ਬਖਲਾਏ ਹੋਏ ਨੇ। ਜਿਸ ਤਰ੍ਹਾਂ ਦਾ ਕਾਂਗਰਸ 'ਚ ਘਮਸਾਨ ਬਚਿਆ ਹੈਗਾ, ਉਹਨੂੰ ਤੁਹਾਨੂੰ ਲੱਗਦਾ ਹੈਗਾ ਉਹਦਾ ਕੋਈ ਤੁਹਾਨੂੰ ਫਾਇਦਾ ਹੋਣ ਵਾਲਾ ਹੈਗਾ ਉਸ ਗੱਲ ਦਾ? ਫਾਇਦਾ ਤਾਂ ਅਕਾਲ ਪੁਰਖ ਨੇ ਕਰਨਾ, ਬੰਦਾ ਕੀ ਫਾਇਦਾ ਕਿਸ ਦਾ ਕਰੂਗਾ। ਬਾਕੀ ਜੋ ਗੱਲਾਂ ਹੋਣੀਆਂ ਨੇ ਲੋਕਾਂ ਨੇ ਸੋਚਣਾ ਕੀ ਕਰਨਾ, ਕਿ ਕਿਹੜੀ ਪਾਰਟੀ ਆਪਸ ਵਿੱਚ ਜੂਤ ਪਤਾਨ ਹੋ ਰਹੀ ਹੈ। ਜਿਸ ਪਾਰਟੀ ਦਾ ਪ੍ਰਧਾਨ ਇੱਕ ਪਾਸੇ ਖੇਡਦਾ, ਮੁੱਖ ਮੰਤਰੀ ਇੱਕ ਪਾਸੇ ਖੇਡਦਾ, ਜਿਹੜਾ ਕੋਈ ਹੋਰ ਵਿੱਚ ਬੈਠੇ 2-4 ਇੱਕ ਪਾਸੇ ਖੇਡਦੇ ਨੇ, ਉਹ ਖਿੱਚਾ ਤਾਣ ਵਾਲੀ ਕੁਰਸੀ ਦਾ ਕਦੇ ਕਾਮਯਾਬ ਹੋ ਸਕਦੀ, ਉਹ ਤਾਂ ਟੁੱਟਣ ਵਾਲੀ ਹੈ। ਅਤੇ ਮੈਨੂੰ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਵਾਰ ਹਾਰ ਦਾ ਮੂੰਹ ਦੇਖੂਗਾ। ਸੀਐਮ ਚਿਹਰਾ ਭਗਵੰਤ ਮਾਨ ਨੂੰ ਲਾਣਿਆ ਗਿਆ ਕਿ ਤੁਹਾਨੂੰ ਇਸ ਸੀਟ ਦੇ ਉੱਪਰ, ਕਿਉਂਕਿ ਇੱਥੇ ਐਮਪੀ ਰਹੇ ਨੇ, ਫਰਕ ਪਏਗਾ ਕਿ ਅਕਾਲੀ ਦਲ ਮੰਨਦਾ? ਬਿਲਕੁਲ ਨਹੀਂ ਫਰਕ ਪਏਗਾ। ਭਗਵੰਤ ਮਾਨ ਦਾ ਲੋਕਾਂ ਨੇ ਦੇਖ ਲਿਆ ਆਪਣਾ ਨੇ ਕਿ ਇੰਨੇ ਸਾਲ ਹੋ ਗਏ, 8 ਸਾਲ ਹੋ ਗਏ ਮੈਂਬਰ ਪਾਰਲੀਮੈਂਟ ਬਣੇ, ਉਹਨਾਂ ਨੇ ਕਿੰਨੇ ਕੁ ਇਲਾਕੇ ਦੇ ਵਿੱਚ ਗੇੜੇ ਦਿੱਤੇ ਆ, ਕਿੰਨੇ ਕੁ ਇਲਾਕੇ ਦੇ ਲੋਕਾਂ ਦੇ ਕੰਮ ਕੀਤੇ ਆ, ਲੋਕ ਜਾਣਦੇ ਆ ਅਤੇ ਉਹ ਉਹਨਾਂ ਨੂੰ ਪਤਾ ਹੈ। ਅਤੇ ਨਾਲੇ ਇਹ ਪਤਾ ਹੀ ਆ ਲੋਕਾਂ ਨੂੰ ਕਿ ਭਗਵੰਤ ਮਾਨ ਨੇ ਚੀਫ ਮਿਨਿਸਟਰ ਬਣਨਾ ਹੀ ਨਹੀਂ, ਅਤੇ ਉਹ ਫਿਰ ਐਵੇਂ ਕੁਛ ਕਹੀ ਜਾਣ ਖੁੱਲ੍ਹੇ ਇਸ ਥੋੜ੍ਹੀ ਗੱਲਾਂ ਕਰਨੀਆਂ ਨੇ। ਉਹ ਕਹਿੰਦੇ ਅਕਾਲੀ ਦਲ ਕਿਸੇ ਨੰਬਰ 'ਚ ਨਹੀਂ ਆਏਗੀ। ਚਲੋ ਇਹ ਤਾਂ ਕੁਦਰਤ ਵਾਲਾ ਜਾਣਦਾ ਨਾ, ਪਰ ਅਸੀਂ ਤੁਹਾਨੂੰ ਦੱਸਦਾ ਕਿ ਸਰਕਾਰ ਅਕਾਲੀ ਦਲ ਦੀ ਤੇ ਬਹੁਤ ਜ਼ਿਆਦਾ ਸਮਾਜ ਪਾਰਟੀ ਦੀ ਬਣੇਗੀ। ਥੈਂਕ ਯੂ ਸਰ। ਦੇਖੋ ਸ਼ੁਰੂ ਹੋ ਗਈ ਹੈ ਨੋਮੀਨੇਸ਼ਨ ਦੀ, ਤੇ ਅੱਜ ਮੈਂ ਇਸ ਕਰਕੇ ਸਾਰੇ ਕੇ ਦਫ਼ਤਰ ਵੀ ਅੱਜ ਖੋਲ੍ਹਣੇ ਸੀ, ਤੇ ਰਾਹੁਲ ਜੀ ਨੇ ਸਾਨੂੰ ਚਿੱਠੀਆਂ ਦਿੱਤੀਆਂ, ਰਾਤ ਭੇਜੀਆਂ ਹੈਗੀਆਂ, ਉਹਨਾਂ ਨੂੰ ਸੁਣਨਾ ਵੀ ਸੀ, ਦਫ਼ਤਰ ਵੀ ਕਰਨਾ ਸੀ, ਨਾਲ ਹੀ ਮੈਂ ਸੋਚਿਆ ਇੱਥੇ ਮੈਂ ਫਾਰਮ ਭਰ ਲਵਾਂ, ਫਾਰਮ ਭਰ ਕੇ ਆਈਆਂ। ਨਹੀਂ, ਉਹ ਆਮ ਤਾਂ ਅੰਮ੍ਰਿਤਸਰ ਉਤਰ ਕੇ ਸਾਰੇ ਧਰਮ ਸਥਾਨ, ਸਾਰੇ ਹੋਰ ਵੀ ਜਿੱਥੇ ਕਿਤੇ ਜਲਿਆਂਵਾਲਾ ਬਾਗ ਉੱਥੇ ਜਾਣਾ ਉਹਨਾਂ ਨੇ, ਕਿਉਂਕਿ ਪੰਜਾਬ 'ਚ ਆਏ ਆ ਪਹਿਲੀ ਵਾਰ, ਅਤੇ ਉਸ ਤੋਂ ਬਾਅਦ ਉਹਨਾਂ ਨੇ ਜਲੰਧਰ ਤੋਂ ਸਾਰੇ ਪੰਜਾਬ ਦੀ ਕਾਂਗਰਸ ਨੂੰ ਐਡਰੈਸ ਕਰਨਾ ਹੈ। ਤਾਂ ਹੀ ਮੈਂ ਦੱਸਿਆ ਨੇ, ਅੱਜ ਦਫ਼ਤਰ ਦਾ ਵੀ ਕੀਤਾ, ਇੱਥੇ ਸਕਰੀਨਾਂ ਲਾ ਕੇ ਸਾਰੇ ਬੰਦੇ ਜੋ ਇਹਨਾਂ ਨੇ ਔਨਲਾਈਨ ਕਿਹਾ ਪ੍ਰਚਾਰ ਕਰਨਾ ਹੈ, ਇਸ ਸਿਸਟਮ ਦੇ ਨਾਲ ਪ੍ਰਚਾਰ ਕਰਨ ਲਈ ਸਾਰੇ 117 ਦੇ 117 ਹਲਕਿਆਂ 'ਚ ਆਪਣੇ 3 ਥਾਵਾਂ 'ਤੇ ਲਾਈਆਂ ਸਕਰੀਨਾਂ, ਇੱਥੇ ਵੀ ਮੋਨਕ ਵੀ ਅਤੇ ਘਨੌਰੀ ਵੀ, ਇਹਦੇ ਰਾਹੀਂ ਉਹ ਆਪਣਾ ਪ੍ਰਚਾਰ ਕਰਨਗੇ। ਅੱਜ ਉਹ ਦੱਸਣਗੇ ਬੀਜੇਪੀ ਦਾ ਕੀ ਹੈਗਾ ਏਜੰਡਾ ਤੇ ਕਿੰਨਾ ਨੁਕਸਾਨ ਕੀਤਾ ਹੈ, ਤੇ ਅੱਜ ਵੀ ਸਾਨੂੰ ਕੀ ਚਾਹੀਦਾ ਹੈ, ਕਾਂਗਰਸ ਕੋਲ ਕੀ ਏਜੰਡਾ ਹੈ, ਕਾਂਗਰਸ ਨੇ ਕਿਵੇਂ ਸਾਰਾ ਦੇਸ਼ ਨੂੰ ਆਪਣੀਆਂ ਲਾਈਨਾਂ 'ਤੇ ਲੈ ਕੇ ਆਉਣਾ। ਉਹ ਜੋ ਕੁਝ ਵੀ ਆਪਣਾ ਬਣਾ ਕੇ ਲਿਆਇਆ ਹੈ, ਐਡਰੈਸ ਕਰਕੇ ਲੋਕਾਂ ਨੂੰ ਅਪੀਲ ਵੀ ਕਰਨਗੇ ਕਿ ਇੱਥੇ ਪੰਜਾਬ ਦੇ ਵਿੱਚੋਂ ਇਹੋ ਜਿਹੀਆਂ ਪਾਰਟੀਆਂ ਜਿਹੜੀਆਂ ਨੇ ਸਿਰਫ ਗਰੰਟੀਆਂ ਹੀ ਦਿੰਦੀਆਂ, ਦਿੱਲੀ ਵਿੱਚ ਕਿੰਨੀਆਂ ਗਰੰਟੀਆਂ ਪੂਰੀਆਂ ਕੀਤੀਆਂ ਦੱਸਣਗੇ ਕਿ ਇਹਨਾਂ ਦਾ ਹਾਲ ਦੇਖ ਲਓ। ਚਾਹੇ ਉਹ ਮੋਦੀ ਜੀ ਹੈ, 15 ਲੱਖ ਕਿਹਾ ਉਹ ਨਹੀਂ ਮਿਲਿਆ, ਇੱਕ ਬੰਦਿਆਂ ਨੂੰ ਕਿਸੇ ਨੂੰ ਵੀ ਇੱਕ ਨੂੰ ਨਹੀਂ ਮਿਲਿਆ। 2-2 ਕਰੋੜ ਦੇ ਜੌਬ ਕਿਹਾ ਸੀ, ਉਹ ਨਹੀਂ ਕੀਤਾ। ਜੇ 2 ਵਾਰ ਦੀ ਟਰਮ ਲੈ ਕੇ ਪ੍ਰਾਈਮ ਮਿਨਿਸਟਰ ਬੀਜੇਪੀ ਦਾ, ਉਹ ਨਹੀਂ ਆਪਣੇ ਵਾਅਦੇ ਪੂਰੇ ਕਰ ਸਕਿਆ। 2 ਟਰਮਾਂ ਲੈ ਕੇ ਜਿਹੜਾ ਕੇਜਰੀਵਾਲ ਹੈ, ਅੱਜ ਜਾ ਕੇ ਦੇਖੋ ਲੋਕ ਦਿੱਲੀ ਦੇ ਆਏ ਬੈਠੇ ਸਤੇ, ਇਹਨਾਂ ਤੋਂ ਮੂੰਹ ਮੋੜੀ ਬੈਠੇ ਨੇ। ਕਿਸੇ ਵੀ ਥਾਂ ਤੇ ਪੱਕੇ ਕਰਾਂਗੇ ਟੀਚਰਾਂ ਨੂੰ, ਉਹ ਧਰਨਿਆਂ ਤੇ ਬੈਠੇ ਨੇ। ਹਸਪਤਾਲਾਂ ਦਾ ਜੋ ਕਿਹਾ, ਜੋ ਹਾਲ ਮਾੜਾ ਦਿੱਲੀ ਦਾ ਹੋਇਆ ਕਿ ਮੈਂ ਸਾਰਾ ਕੀਤਾ, ਉਹ ਲੋਕਾਂ ਦੇ ਸਾਹਮਣੇ ਮਿਸਾਲਾਂ ਨੇ। ਔਰਤਾਂ ਦੀ ਇੱਥੇ ਗੱਲ ਕਰਕੇ ਗਰੰਟੀਆਂ ਦਿੰਦੇ ਫਿਰਦੇ ਆ, ਉੱਥੇ ਇੱਕ ਵੀ ਔਰਤ ਆਪਣੀ ਮਿਨਿਸਟਰੀ 'ਚ ਨਹੀਂ ਬਣਾਈ। ਇਹ ਸਾਰੀਆਂ ਝੂਠੀਆਂ ਜਿਹੜੀਆਂ ਗੱਲਾਂ ਕਰਨ ਵਾਲੇ ਪਰਦੇ ਫਾਸ ਕਰਨਗੇ। ਨਹੀਂ, ਬਿਲਕੁਲ ਮੈਨੂੰ ਤਾਂ ਨਹੀਂ ਪਤਾ। ਦੇਖੋ ਰਾਹੁਲ ਗਾਂਧੀ ਜੀ ਨੇ ਆਉਣਾ, ਪਰ ਜੋ ਸਿਸਟਮ ਹੈ ਸਾਡੀ ਪਾਰਟੀ ਦਾ ਕਲਚਰ ਹੈ, ਮੈਨੂੰ ਨਹੀਂ ਲੱਗਦਾ ਕਿ ਅੱਜ ਕੋਈ ਇਸ ਤਰ੍ਹਾਂ ਦੀ ਗੱਲ ਐਲਾਨ ਕਰਨ ਵਾਸਤੇ ਆਉਣਗੇ। ਬਾਕੀ ਹਾਈ ਕਮਾਂਡ ਹੈ, ਉਹਨਾਂ ਦੇ ਆਪਣੇ ਫੈਸਲੇ ਹੁੰਦੇ, ਮੈਂ ਉਸ 'ਤੇ ਕੁਝ ਨਹੀਂ ਕਹਿ ਸਕਦਾ। ਉਹ ਜਿਸ ਵਕਤ ਵੀ ਪ੍ਰਤਾਪ ਬਾਜਵਾ ਹੈਗਾ ਤਿਆਰ ਕਰ ਰਿਹਾ, ਦੋਵਾਂ ਨੂੰ ਪੁੱਛ ਰਿਹਾ ਹੈਗਾ, ਤੇ ਅਜੇ ਤਾਂ ਸਾਰੇ ਦੂਜੀਆਂ ਪਾਰਟੀਆਂ ਦਾ ਵੀ ਕੋਈ ਨਹੀਂ ਆਇਆ, ਅਜੇ ਤਾਂ ਖਾਲੀ ਗਰੰਟੀਆਂ ਹੀ ਆਈਆਂ ਜੋ ਹਵਾ 'ਚ, ਤੇ ਸਾਡਾ ਵੀ ਛੇਤੀ ਆ ਜਾਣਾ। ਹਲਕੇ 'ਚ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਵੇਂ ਪਰਮਿੰਦਰ ਢੀਂਡਸਾ ਵੀ ਸਾਹਮਣੇ ਨੇ, ਜਿਹੜੇ 2017 ਜਿੱਤੇ ਨੇ, ਕਿਵੇਂ ਦੇਖਦੇ? ਦੇਖੋ ਇੱਕ ਗੱਲ ਸਮਝ ਆਈ ਹੈਗੀ ਹੈ ਕਿ ਲੋਕਾਂ ਦੇ ਵਿੱਚ ਜਾਗਰਤੀ ਆ ਗਈ। ਨਾ ਤਾਂ ਉਹ ਦਲ ਬਦਲੂਆਂ ਨੂੰ, ਨਾ ਪਾਰਟੀਆਂ ਬਦਲੀਆਂ ਨੂੰ, ਨਾ ਹਲਕੇ ਬਦਲਣ ਵਾਲਿਆਂ ਨੂੰ ਪਸੰਦ ਨਹੀਂ ਕਰਦੇ, ਝੂਠੇ ਨਾਅਰੇ ਲਾਉਣਾ ਪਸੰਦ ਨਹੀਂ ਕਰਦੇ। 10 ਸਾਲ ਲਗਾਤਾਰ ਅਕਾਲੀਆਂ ਦੇ ਰਾਜ ਵਿੱਚ ਉਹਨਾਂ ਨੇ ਦੇਖ ਲਿਆ ਕਿ ਕੁਝ ਵੀ ਨਹੀਂ ਕਰਾ ਸਕੇ। ਹਾਲਾਂਕਿ ਉਸ ਤੋਂ ਪਹਿਲਾਂ ਕਿੰਨੀ ਵਾਰੀ 2 ਵਾਰੀ ਸੁਖਦੇਵ ਸਿੰਘ ਢੀਂਡਸਾ ਜੀ ਨੂੰ ਇੱਥੋਂ ਲਹਿਰੇ ਵਾਲਿਆਂ ਨੇ ਵੋਟਾਂ ਪਾ ਕੇ ਜਿਤਾਇਆ ਹੈ। ਸਾਰੇ 8 ਹਲਕਿਆਂ 'ਚੋਂ ਹਾਰਦੇ ਸੀ, ਇੱਥੋਂ ਜਿੱਤੇ ਸੀਗੇ। ਤੇ ਇਹ ਸਾਰੀਆਂ ਚੀਜ਼ਾਂ ਵਿੱਚੋਂ ਦੇਖ ਲਿਆ ਉਹਨਾਂ ਨੇ ਕਿ ਹੁਣ MLA ਰਿਹਾ ਪਰਮਿੰਦਰ ਢੀਂਡਸਾ, ਆ ਹੁਣ ਲੱਖ ਚੱਕੀ ਫਿਰਦਾ, 2-2 ਲੱਖ ਆਪਦੇ ਪਿਤਾ ਦਾ ਜਿਹੜਾ 5 ਕਰੋੜ ਮਿਲਦਾ 1 ਸਾਲ ਦਾ। 4.5 ਸਾਲ ਤੱਕ ਬਾਤ ਨਹੀਂ ਪੁੱਛੀ ਇਹਨਾਂ ਨੇ। ਸੋ ਇਹਨਾਂ ਨੇ ਵੀ ਕੋਈ ਇੱਕ ਕੰਮ ਨਹੀਂ ਕੀਤਾ, ਤੇ ਆਪਣਾ ਹਲਕਾ ਬਦਲ ਕੇ ਆਇਆ, ਪਾਰਟੀ ਬਦਲ ਕੇ ਆਇਆ। ਇਵੇਂ ਆਮ ਆਦਮੀ ਪਾਰਟੀ ਹੈ ਜਿਹੜੀ, ਉਹਦੇ ਵਿੱਚ ਵੀ ਮੈਂ ਕਹਿੰਦੀ ਐਡੀ ਵੱਡੀ ਰਿਜ਼ੈਂਟਮੈਂਟ ਤੇ ਮੌਜੂਦ ਸੀ ਹੈ। ਮੈਂ ਸਮਝਦਾ ਬਹੁਤ ਵੱਡਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਧੱਕਾ ਹੋਇਆ, ਬੇਇਨਸਾਫੀ ਹੋਈ ਹੈ।
ਬੇਸ਼ੱਕ ਕਿਸੇ ਇੱਕ ਨੂੰ ਨਾ ਦੂਜੇ ਨੂੰ ਦੇਣ ਟਿਕਟ, ਪਰ ਦਿੰਦੇ ਤਾਂ ਉਸ ਨੂੰ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਹੈ। ਟਿਕਟ ਕਿਹਨੂੰ ਦਿੱਤੀ ਹੈ? ਜਿਹੜਾ ਸਭ ਤੋਂ ਵੱਧ ਪਾਰਟੀਆਂ ਬਦਲ ਕੇ ਆਇਆ। ਕੱਲ੍ਹ ਤੱਕ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦਾ ਰਿਹਾ, ਅੱਜ ਉਹਨਾਂ ਨੂੰ ਕੀਤਾ ਹੈ। ਇਸ ਕਰਕੇ ਉਹਨਾਂ ਕੋਲ ਲੋਕ ਮੂੰਹ ਨਹੀਂ ਲਾਉਣਗੇ। ਮੈਂ ਦੱਸਿਆ ਵੀ ਅੱਜ ਜੋ ਕੰਮ ਆਪਾਂ ਕੀਤੇ ਆ, ਮੈਂ ਚੈਲੰਜ ਕਰਦੀ ਹਾਂ, ਅੱਧੇ ਕੰਮ ਵੀ ਕੀਤੇ ਦਿਖਾ ਦੇਣ, ਮੈਂ ਮੁਕਾਬਲਾ ਸਮਝ ਲੂੰ। ਲੋਕ ਇਸ ਗੱਲ ਦਾ ਮਾਣ ਕਰਦੇ ਆ ਕਿ ਬੀਬੀ ਲਹਿਰੇ ਦੀ ਹੈ, ਲਹਿਰੇ ਹੀ ਬੈਠੀ ਹੈ। ਨਾ ਇਹਨੇ ਪਾਰਟੀ ਬਦਲੀ ਹੈ, ਨਾ ਇਹਨੇ ਹਲਕਾ ਬਦਲਿਆ, ਤੇ ਸਾਰਿਆਂ ਨਾਲੋਂ ਵੱਧ ਕੰਮ ਕੀਤਾ ਹੈ ਤੇ ਹਮੇਸ਼ਾ ਉਹਦੀ ਅਣਖ ਪਛਾਣੀ ਹੈ। ਅੱਜ ਵੀ ਕਾਂਗਰਸ ਪਾਰਟੀ ਨੂੰ ਤਾਂ ਪੂਰੀ ਤਰ੍ਹਾਂ ਮਨ ਬਣਾਇਆ ਹੀ ਹੈ ਜਿਤਾਉਣ ਦਾ। ਅੱਜ ਇਹ ਮੁਕਾਬਲਾ ਦੂਜੇ ਤੀਜੇ ਨਾਲ ਦਾ ਹੁੰਦਾ ਹੈ ਕਿ ਇਹ ਆਮ ਆਦਮੀ ਪਾਰਟੀ ਜਾਂ ਜਿਹੜੇ ਅਕਾਲੀ ਦਲ ਅਸਲੀ ਹੈ ਜਾਂ ਨਕਲੀ ਹੈ, ਇਹ ਸਾਰਿਆਂ ਵਿੱਚੋਂ ਕੌਣ ਦੂਜੇ ਤੇ ਆਉਂਦਾ, ਕੌਣ ਤੀਜੇ ਤੇ, ਕੌਣ ਚੌਥੇ ਤੇ। ਸੰਯੁਕਤ ਦਲ ਦਾ ਜਿਹੜਾ ਭਾਜਪਾ ਤੇ ਪੰਜਾਬ ਅੱਜ ਇੱਥੋਂ ਦੇ ਬੀਜੇਪੀ ਵਾਲਿਆਂ ਨੂੰ ਇਸ ਗੱਲ ਦਾ ਸੋਚਣਾ ਚਾਹੀਦਾ ਹੈ। ਜਿਵੇਂ ਮੈਂ ਪਹਿਲਾਂ ਕਿਹਾ ਕਿ ਅਕਾਲੀ ਦਲ ਵਾਲਿਆਂ ਨੂੰ ਵੀ ਅਣਖ ਜਾਗਣੀ ਚਾਹੀਦੀ ਹੈ। ਤੁਹਾਨੂੰ ਬਾਹਰੋਂ ਲਿਆਉਂਦੇ ਰਿਹਾ ਬੰਦਾ, ਤੁਹਾਨੂੰ ਕਾਬਲ ਨਹੀਂ ਸਮਝਿਆ। ਅੱਜ ਇੱਥੇ ਜਾ ਕੇ ਬੀਜੇਪੀ ਵਾਲੇ ਐਦੂ ਵੱਡੀ ਤੋਹੀਨ ਕੀ ਹੋ ਸਕਦੀ ਹੈ ਕਿ ਅਸੀਂ ਸਾਡਾ ਲੈ ਕੇ ਆਏ ਹਾਂ, ਸਮਝੌਤਾ ਤਾਂ ਹੋਇਆ, ਪਰ ਅਸੀਂ ਫੋਟੋ ਨਹੀਂ ਲਾਉਣੀ ਉਹਨਾਂ ਦੀ। ਅੱਜ ਜਿਹੜੀ ਇਹ ਚਾਲ ਚੱਲ ਰਹੇ ਨੇ, ਇੱਥੋਂ ਦੀ ਬੀਜੇਪੀ ਦੇ ਯੂਨਿਟ ਨੂੰ ਸੋਚਣਾ ਚਾਹੀਦਾ, ਬੀਜੇਪੀ ਦੀ ਪੰਜਾਬ ਦੀ ਪਾਰਟੀ ਸੋਚਣਾ ਚਾਹੀਦਾ ਹੈ ਕਿ ਆਪਣੀ ਪਾਰਟੀ ਜਿਹਦਾ ਉਹ ਅੱਜ ਦਾ ਲੈਣ ਲਈ ਤਿਆਰ ਨੇ, ਅੱਜ ਉਹਦਾ ਪੋਸਟਰ ਲਾਉਣ ਲਈ ਤਿਆਰ ਨਹੀਂ। ਐਦੂ ਵੱਡਾ ਅਪਮਾਨ ਜੇ ਖੁਦ ਪਰਮਿੰਦਰ ਢੀਂਡਸਾ ਕਰਦਾ ਹੈ ਤੇ ਲੋਕਾਂ ਤੋਂ ਕੀ ਆਸ ਕਰਦੇ ਆ? ਕੀ ਕਾਰਨ ਲੱਗਦਾ ਜੀ? ਤੇ ਇਹ ਤਾਂ ਉਹ ਜਾਣਦਾ ਕਿ ਜੋ ਮੋਦੀ ਜੀ ਨੇ ਲੱਗਦਾ ਕਿ ਰਿਜੈਂਟਮੈਂਟ ਹੈ, ਉਹਦੇ ਕਰਕੇ ਡਰਦਾ ਕਿ ਮੈਂ ਚੋਰ ਮੋਰੀ ਨਿਕਲਿਆ ਵਾਂ, ਚੋਰ ਮੋਰੀਆਂ ਲੱਭਦਾ ਕਿ ਮੋਦੀ ਜੀ ਤੋਂ ਟਿਕਟ ਤਾਂ ਲੈ ਆਵਾਂ, ਨੁਮਾਇੰਦਾ ਤਾਂ ਬਣਿਆ ਆ, ਪਰ ਵੋਟਾਂ ਲੈਣ ਵੇਲੇ ਮੈਂ ਮੋਦੀ ਜੀ ਨੂੰ ਲੁਕੋ ਦਿਆਂ। ਇਹ ਜਿਹੜੀ ਲੁਕਣ ਮੀਚੀ ਦੀ ਖੇਡ ਖੇਡਦੇ ਆ, ਇਹਦਾ ਨੁਕਸਾਨ ਹੋਣਾ ਇਹਨਾਂ ਨੂੰ, ਢੀਂਡਸਿਆਂ ਨੂੰ ਵੀ ਤੇ ਦੂਜਿਆਂ ਨੂੰ ਵੀ। ਹਾਂਜੀ ਸਾਹਿਬ ਕਹਿਣਾ ਚਾਹੁੰਦੇ ਹੋ ਅੱਜ ਦੇ ਬਾਰੇ? ਕੁਛ ਨਹੀਂ, ਬਸ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੀ ਪਾਰਟੀ ਵਾਲਾ ਕਮਾਂ ਦਾ, ਜਿਨ੍ਹਾਂ ਨੇ ਮੈਨੂੰ ਕਾਂਗਰਸ ਪਾਰਟੀ ਦਾ ਦੁਬਾਰਾ ਟਿਕਟ ਦਿੱਤੇ। ਔਰ ਮੈਂ ਅੱਜ ਆਪਣੇ ਪਰਿਵਾਰ ਨਾਲ, ਕਿਉਂਕਿ 2 ਹੀ ਬੰਦੇ ਅਲਾਊਡ ਸੀਗੇ ਤੇ ਮੇਰੀ ਵਾਈਫ ਮੇਰੀ ਕਵਰਿੰਗ ਕੈਂਡੀਡੇਟ ਹੈ, ਤੇ ਅਸੀਂ ਨੋਮੀਨੇਸ਼ਨਸ ਫਾਈਲ ਕੀਤੇ ਆ ਆਪਣੇ। ਜੰਗ ਤਿਆਰ ਹੈ, ਮੈਦਾਨੇ ਜੰਗ ਦੇ ਵਿੱਚ ਹਾਜ਼ਰ ਹੈ, ਲੋਕਾਂ ਦੇ ਪਿਆਰ ਵਾਸਤੇ, ਆਸ਼ੀਰਵਾਦ ਵਾਸਤੇ, ਔਰ ਵੱਡੀ ਗਿਣਤੀ ਵਿੱਚ ਇਲੈਕਸ਼ਨ ਲੋਕਾਂ ਦੇ ਆਸ਼ੀਰਵਾਦ ਨਾਲ ਜਿੱਤਾਂਗੇ। ਪਿਆਰ ਮਿਲੂਗਾ ਲੋਕਾਂ ਦਾ। ਪਿਛਲੇ 5 ਸਾਲ 'ਚ ਚੰਗੇ ਤਰੀਕੇ ਨਾਲ ਸੰਗਰੂਰ ਨੂੰ, ਭਵਾਨੀਗੜ੍ਹ ਨੂੰ, ਇਹਦੇ ਨਾਲ ਜੁੜੇ ਹੋਏ ਸਾਰੇ ਪਿੰਡਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਸਾਰੇ ਇਲਾਕੇ ਦੀ ਤਰੱਕੀ ਹਰ ਫੀਲਡ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕੋਈ ਕੰਮ ਅਧੂਰੇ ਰਹੇ ਹੋਣਗੇ ਉਹ ਆਉਣ ਵਾਲੇ ਪਲਾਨ 'ਚ ਕਰਾਂਗੇ। ਇੱਕੋ ਹੀ ਅਪੀਲ ਹੈ ਸਾਰੇ ਵੋਟਰਾਂ ਨੂੰ ਕਿ ਵੱਧ ਚੜ੍ਹ ਕੇ ਇਸ ਚੋਣ ਦੇ ਵਿੱਚ ਹਿੱਸਾ ਲਓ। ਆਪਣੇ ਛੋਟੇ ਭਰਾ ਨੂੰ, ਆਪਣੇ ਬੱਚੇ ਨੂੰ ਕਾਮਯਾਬ ਕਰਨ ਵਾਸਤੇ ਇੱਕ ਵਾਰ ਫਿਰ ਇਸ ਸੰਗਰੂਰ ਦੀ ਸੇਵਾ ਵਾਸਤੇ ਮੌਕਾ ਦਿਓ। ਭਾਜੀ ਬੀਜੇਪੀ ਕੈਂਡੀਡੇਟ ਅਰਵਿੰਦ ਖੰਨਾ ਨੇ ਪਿਛਲੇ ਦਿਨੀ ਕਾਫੀ ਟਿੱਕਾ ਟਿੱਪਣੀ ਕੀਤੀ ਹੈ। ਉਹਨਾਂ ਨੇ ਇਲਜ਼ਾਮ ਵੀ ਲਾਏ ਨੇ ਵੀ ਅਫਸਰਸ਼ਾਹੀ ਦਾ ਹੀ ਮੈਨੂੰ ਚੋਣ ਮੁਹਿੰਮ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ। ਕੀ ਕਹਿਣਾ ਚਾਹੁੰਦੇ? ਕਿਹਨੇ ਇਲਜ਼ਾਮ, ਕਿਹਦੇ ਉੱਪਰ ਇਲਜ਼ਾਮ ਲਾਇਆ? ਅਰਵਿੰਦ ਖੰਨਾ ਨੇ ਵੀ ਅਫਸਰਸ਼ਾਹੀ ਰਾਹੀਂ ਜਿਹੜੇ ਬਿਊਰੋਕਰੇਟ ਪ੍ਰਭਾਵਿਤ ਕਰ ਰਹੇ ਨੇ ਇਲੈਕਸ਼ਨ ਚੋਣ। ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਗੱਲ ਹੈ, ਕਿਉਂਕਿ ਹਮੇਸ਼ਾ ਸੰਗਰੂਰ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਇਆ ਹੈ। ਔਰ ਹਮੇਸ਼ਾ ਜਦੋਂ ਇਲੈਕਸ਼ਨ ਕਮਿਸ਼ਨ ਆ ਜਾਂਦਾ ਹੈ ਉਦੋਂ ਕੋਈ ਅਫਸਰ ਸ਼ਾਹੀ ਕਿਸੇ ਦੀ ਮਦਦ ਵਾਸਤੇ ਨਹੀਂ ਕਹਿੰਦੀ ਤੇ ਨਾ ਕਰਦੀ ਹੈ, ਔਰ ਨਾ ਕਰ ਸਕਦੀ ਹੈ, ਬਿਕੋਜ਼ ਸਾਰੇ ਜਗ੍ਹਾ ਦੇ ਉੱਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਬਜ਼ਰਵਰਸ ਲੱਗੇ ਹੁੰਦੇ ਆ। तो मैं समझदा कि ऐसी तो कोई गल नहीं है। बाकी मैनू नहीं पता उन्होंने ऐसी फीलिंग क्यों आई है। भाजी टक्कर किहदे नाल मार रहे हो, आप नाल जां बीजेपी नाल? यार मैनू लोगों का प्यार मिल रहा है। जे तुसीं सारा दिन ग्राउंड ते रहंदे हो तुहानू वध पता कि किहदे नाल टक्कर होनी है या किन्नी टक्कर होनी है या किन्नी होनी है या किन्नी वध है कि घट है। मैनू इन्ना पता कि मैं 5 साल अपने हल्के च रहा, 5 साल अपने लोगों नाल रहा। उस तो पहला 5 साल जो MP सी उदों भी अपने लोगों च रहा सी। अपने हल्के नू ਅੱਗੇ ਲੈ ਕੇ ਜਾਣਾ, ਆਪਣੇ ਹਲਕੇ ਦੀ ਤਰੱਕੀ ਕਰਾਉਣਾ, ਆਪਣੇ ਹਲਕੇ 'ਚ ਡਿਵੈਲਪਮੈਂਟ ਪ੍ਰੋਜੈਕਟਸ ਲੈ ਕੇ ਆਉਣਾ, ਆਪਣੇ ਹਲਕੇ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣਾ। ਅੱਜ ਸੰਗਰੂਰ ਦੀ ਗੱਲ ਪੂਰੇ ਪੰਜਾਬ 'ਚ ਹੁੰਦੀ ਹੈ। ਸੰਗਰੂਰ ਦੇ ਵਿਕਾਸ ਦੀ ਕੰਮ ਗੱਲ ਪੂਰੇ ਪੰਜਾਬ 'ਚ ਹੁੰਦੀ ਹੈ। ਸੰਗਰੂਰ ਦੇ ਉੱਪਰ ਇੱਕ ਪਛੜੇਪਣ ਦਾ ਦਾਗ ਸੀ, ਅੱਜ ਉਸ ਦੀ ਗੱਲ ਨਹੀਂ ਕੋਈ ਕਰਦਾ ਕਿਉਂਕਿ ਸੰਗਰੂਰ ਅੱਗੇ ਵਧਿਆ, ਸੰਗਰੂਰ 'ਚ ਤਰੱਕੀ
ਸਰ ਅੱਜ ਨੋਮੀਨੇਸ਼ਨ ਫਾਈਲ ਕੀਤੇ ਨੇ, ਕੀ ਕਹਿਣਾ ਚਾਹੋ? ਦੇਖੋ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜੀ ਕਿ ਅੱਜ ਅਸੀਂ ਨੋਮੀਨੇਸ਼ਨ ਪੇਪਰ ਨੇ ਜਿਹੜੇ ਉਹ ਹਜ਼ਾਰਾਂ ਲੋਕਾਂ ਦੇ ਸਾਥ ਸਹਿਯੋਗ ਦੇ ਨਾਲ ਔਰ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਅਸੀਂ ਅੱਜ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਨੇ ਔਰ ਮੈਨੂੰ ਉਮੀਦ ਆਸ ਹੈ ਕਿ ਜਿਸ ਤਰੀਕੇ ਦਾ ਰਿਸਪੌਂਸ ਮੈਨੂੰ 2017 ਦੇ ਵਿੱਚ ਮਿਲਿਆ ਸੀਗਾ ਉਸ ਤੋਂ ਵੀ ਵਧੀਆ ਔਰ ਵੱਡਾ ਰਿਸਪੌਂਸ ਹੈ ਜਿਹੜਾ ਉਹ ਮਿਲੇਗਾ, ਕਿਉਂਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਥੱਕੇ ਪਏ ਨੇ ਔਰ ਆਮ ਆਦਮੀ ਪਾਰਟੀ ਦੀ ਜਿਸ ਤਰੀਕੇ ਦੀ ਗਵਰਨੈਂਸ ਦਿੱਲੀ ਦੇ ਵਿੱਚ ਰਹੀ ਹੈ ਔਰ ਜਿੰਨੀ ਸੇਵਾ ਅਸੀਂ ਮੈਂ ਆਪਦੇ ਹਲਕੇ ਦੇ ਵਿੱਚ ਆਪਦੇ ਹਲਕਾ ਨਿਵਾਸੀਆਂ ਦੀ ਕੀਤੀ ਹੈ, ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਆਉਣਗੇ। ਅੱਜ ਮਾਤਾ ਜੀ ਅਤੇ ਪਤਨੀ ਨਾਲ ਸਿਰਫ 3 ਲੋਕਾਂ ਨਾਲ ਹੀ ਜਿਹੜੀ ਕਾਗਜ਼ ਦਾਖਲ ਕੀਤੇ ਗਏ। ਹਾਂਜੀ, ਦੇਖੋ ਇਸ ਤਰ੍ਹਾਂ ਕਿ ਕੋਵਿਡ ਦੀ ਵਜ੍ਹਾ ਕਰਕੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਕਿ ਕੈਂਡੀਡੇਟ ਪਲੱਸ 2 ਲੋਕ ਹੀ ਹੋਰ ਆ ਸਕਦੇ ਨੇ। ਮੈਂ ਸਮਝਦਾ ਕਿ ਇੱਕ ਤਰੀਕੇ ਨਾਲ ਵੈਸੇ ਤਾਂ ਕੋਵਿਡ ਨੇ ਸਾਰੀ ਦੁਨੀਆ ਦੇ ਤੌਰ ਤਰੀਕੇ ਨੇ ਜਿਹੜੇ ਉਹ ਬਦਲ ਦਿੱਤੇ ਨੇ, ਉਹਦਾ ਇੰਪੈਕਟ ਹੈ ਜਿਹੜਾ ਉਹ ਇਲੈਕਸ਼ਨਾਂ ਦੇ ਉੱਪਰ ਵੀ ਆਇਆ, ਨੋਮੀਨੇਸ਼ਨ ਦੇ ਉੱਪਰ ਵੀ ਆਇਆ ਤੇ ਕੈਂਪੇਨਿੰਗ ਦੇ ਉੱਪਰ ਵੀ ਆ ਰਿਹਾ ਹੈ। ਹਾਲਾਤਾਂ ਮੁਤਾਬਕ ਚੱਲਣਾ ਪੈਂਦਾ ਹੁੰਦਾ। ਮੈਂ ਸਮਝਦਾ ਕਿ ਇਹਦਾ ਪੋਜ਼ਿਟਿਵ ਪਹਿਲੂ ਇਹ ਹੈ ਕਿ ਅੱਗੇ ਜਿਸ ਤਰੀਕੇ ਦੇ ਜ਼ੋਰ ਅਜ਼ਮਾਇਸ਼ ਦੇ ਵਿੱਚ ਕੈਂਡੀਡੇਟ ਤੇ ਪੋਲੀਟੀਕਲ ਪਾਰਟੀਆਂ ਪੈ ਜਾਂਦੀਆਂ ਸੀਗੀਆਂ, ਉਹਦੇ ਨਾਲ ਇਹ ਸ਼ਾਂਤਮਈ ਚੁੱਪ ਚਪੀਤੇ ਸਾਦਾ ਤਰੀਕੇ ਨਾਲ ਜੇ ਨੋਮੀਨੇਸ਼ਨਾਂ ਫਾਈਲ ਹੋਣ ਤਾਂ ਇਹ ਬੈਟਰ ਹੈ, ਕਿਉਂਕਿ ਲੋਕਾਂ ਨੇ ਵੋਟ ਤਾਂ ਆਪਦੇ ਮਨ ਮੁਤਾਬਕ ਪਾਉਣੀ ਹੈ। ਬਹੁਤੇ ਸ਼ੋਅ ਆਫ ਸਟਰੈਂਥਾਂ ਨਾਲ ਕੋਈ ਮੇਰੇ ਖਿਆਲ ਦੇ ਵਿੱਚ ਫਰਕ ਨਹੀਂ ਪੈਂਦਾ ਹੁੰਦਾ। ਅਮਰ ਜੀ, ਅਗਰ ਪਿਛਲੇ ਸਾਲਾਂ ਦੀ ਵੀ ਗੱਲ ਕਰੀਏ ਤਾਂ ਤੁਸੀਂ ਸਭ ਤੋਂ ਟੌਪ ਦੇ ਉਹਨਾਂ ਨੇਤਾਵਾਂ ਦੇ ਵਿੱਚ ਆਉਂਦੇ ਹੋ ਸੰਪਤੀ ਪੱਖੋਂ, ਤਾਂ ਇਸ ਵਾਰ ਕਿੱਥੇ ਕੁ ਨੰਬਰ ਜਿਹੜਾ ਖੜ ਰਿਹਾ ਹੈਗਾ ਅਮਨ ਅਰੋੜਾ ਦਾ? ਨਹੀਂ, ਇਹਦੇ 'ਚ ਆਪਣਾ ਨੰਬਰਾਂ ਤਾਂ ਮੈਨੂੰ ਪਤਾ ਨਹੀਂ ਹੈਗਾ। ਮੈਂ ਇੱਕ ਨੰਬਰ ਮੈਨੂੰ ਮੇਰਾ ਪੱਕਾ ਪਤਾ ਹੈ ਤੇ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਹਿੱਕ ਠੋਕ ਕੇ ਕਹਿਣਾ ਇੱਕ ਨੰਬਰ ਮੇਰਾ ਇਸ 'ਚ ਹੋਊਗਾ ਕਿ ਮੇਰੀ ਜਿੰਨੀ ਪ੍ਰਾਪਰਟੀ ਹੈ, ਜਿੰਨੀ ਪ੍ਰਮਾਤਮਾ ਨੇ ਦਿੱਤੀ ਹੈ, ਜਿੰਨੀ ਸਾਡੇ ਬਜ਼ੁਰਗ ਦੇ ਗਏ ਨੇ ਜਾਂ ਜਿੰਨੀ ਮੈਂ ਆਪਦੀ ਮਿਹਨਤ ਮੁਸ਼ੱਕਤ ਦੇ ਨਾਲ ਇਮਾਨਦਾਰੀ ਨਾਲ ਕਮਾਈ ਹੈ, ਕਿ ਮੇਰੀ ਇੱਕ ਜਿਹੜੀ ਪਾਈ ਪ੍ਰਾਪਰਟੀ ਦੀ ਹੈਗੀ ਉਹ 100% ਇਮਾਨਦਾਰੀ ਦੇ ਨਾਲ ਔਰ ਹੱਕ ਹਲਾਲ ਦੀ ਕਮਾਈ ਦੇ ਨਾਲ ਉਹ ਕਮਾਇਆ ਹੋਇਆ। ਮੇਰੇ ਕੋਲ ਇੱਕ ਗਲੀ ਵਾਲਾ ਜਿਹੜਾ ਹੁੰਦਾ ਨਾ ਜਾਲੀ ਰੁਪਈਆ ਠੋਲੂ, ਮੇਰੇ ਕੋਲ ਉਹ ਵੀ ਹਰਾਮ ਦੀ, ਰਿਸ਼ਵਤ ਦੀ, 2 ਨੰਬਰ ਦੀ ਕਮਾਈ ਦਾ ਨਹੀਂ ਹੈਗਾ। ਇਹ ਮੈਂ ਹਿੱਕ ਠੋਕ ਕੇ ਕਹਿਣਾ। ਇਮਾਨਦਾਰੀ ਦੇ ਵਿੱਚ ਅਮਨ ਅਰੋੜਾ ਪਹਿਲੇ ਨੰਬਰ ਤੇ ਹੋਊਗਾ ਮੇਰੇ ਖਿਆਲ ਦੇ ਵਿੱਚ। ਬਾਕੀ ਚੀਜ਼ਾਂ ਕਿੰਨਾ ਕੀ ਹੈ ਕੀ ਨਹੀਂ ਹੈ ਉਹਦਾ ਨਾ ਕੋਈ ਉੱਪਰ ਲਿਮਿਟ ਹੈ ਨਾ ਕੋਈ ਲੋਅਰ ਲਿਮਿਟ ਹੈ। ਟੋਟਲ ਸਰ ਕਿੰਨਾ ਦਿਖਾਇਆ ਗਿਆ ਇਸ ਵਾਰ? ਉਹ ਤੁਸੀਂ ਨੋਮੀਨੇਸ਼ਨ ਮੇਰੇ ਤੋਂ ਨਾ ਪੁੱਛੋ। ਤੁਸੀਂ ਨੋਮੀਨੇਸ਼ਨ ਫਾਈਲ ਕਰਤੇ, ਉਹ ਤੁਸੀਂ ਬਲਕਿ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਮੀਡੀਆ ਇੱਕ ਹੋਰ ਜ਼ਿੰਮੇਵਾਰੀ ਚੱਕੇ, ਉਹ ਇਹ ਚੱਕੇ ਕਿ ਅਸੀਂ ਲੋਕ ਜੋ ਇੱਥੇ ਸ਼ੋਅ ਕਰਦੇ ਹਾਂ, ਠੀਕ ਹੈ ਨਾ, ਉਹਨੂੰ ਤੁਸੀਂ ਆਪਣਾ ਰਿਕਾਰਡ ਲਓ। ਤੁਸੀਂ ਇਨਕਮ ਟੈਕਸ ਦੀਆਂ ਰਿਟਰਨਾਂ ਦੇ ਵਿੱਚ ਸਾਡੇ ਲੋਕਾਂ ਦਾ ਰਿਕਾਰਡ ਕਢਾਓ ਤੇ ਜੇ ਕਿਤੇ ਕੋਈ ਲੀਡਰ ਲੁਕੋ ਰਿਹਾ ਹੈ, ਕੋਈ ਬੇਈਮਾਨਾ ਸ਼ੋਅ ਕਰ ਰਿਹਾ ਹੈ ਤੇ ਉਹਨੂੰ ਮੀਡੀਆ ਦੇ ਵਿੱਚ ਉਜਾਗਰ ਕਰੋ। ਤੁਸੀਂ ਇਹ ਚੌਥਾ ਪਾਵ ਆਪਣਾ ਡੈਮੋਕ੍ਰੇਸੀ ਦੇ, ਇਹ ਤੁਹਾਡਾ ਫਰਜ਼ ਬਣਦਾ। ਸੋ ਇਸ ਕਰਕੇ ਔਰ ਇਹ ਮੈਂ ਸਮਝਦਾ ਕਿ ਜਦੋਂ ਤੱਕ ਇਹ ਨਹੀਂ ਹੋਊਗਾ ਉਦੋਂ ਤੱਕ ਕਰਪਸ਼ਨ ਨੇ ਜਿਹੜੀਆਂ ਉਹ ਮੁੱਕਣੀਆਂ ਨਹੀਂ ਹੈਗੀਆਂ। ਬਿਲਕੁਲ ਲੰਬਾ ਚੌੜਾ ਮੈਨੀਫੈਸਟੋ ਹੈ, ਪਰ ਮੈਂ ਜੋ ਕਹਿ ਰਿਹਾ ਅੱਜ ਕਿ ਪੰਜਾਬ ਦੇ ਵਿੱਚ 2 ਮੁੱਖ ਮੁੱਦੇ ਹਨ। ਇੱਕ ਕਿਸਾਨੀ ਪ੍ਰਤੀ ਆਪਾਂ ਇਸ ਤਰੀਕੇ ਦੀ ਕੋਈ ਪਾਲਿਸੀ ਲੈ ਕੇ ਆਣੀ ਹੈ ਜੋ ਕਿਸਾਨਾਂ ਨੂੰ ਔਰ ਕਿਸਾਨੀ ਨੂੰ ਅੱਗੇ ਲੈ ਜਾਂਦੀ ਹੈ, ਔਰ ਦੂਜੀ ਜੋ ਸਾਡੇ ਪੰਜਾਬ ਦੇ ਵਿੱਚ ਜੋ ਮੈਨੂੰ ਜੋ ਲੱਗਦਾ ਹੈ ਮੁੱਖ ਮੁੱਦਾ ਹੈ ਉਹ ਹੈ ਰੋਜ਼ਗਾਰੀ ਪੈਦਾ ਕਰਨ ਦਾ। ਸਾਨੂੰ ਪੰਜਾਬ ਦੇ ਵਿੱਚ ਰੋਜ਼ਗਾਰੀ ਪੈਦਾ ਕਰਨੀ ਹੈ, ਇੰਡਸਟਰੀਲਾਈਜੇਸ਼ਨ ਕਰਨੀ ਹੈ। ਔਰ ਇੱਕ ਗੱਲ ਇਹਦੇ ਵਿੱਚ ਵੀ ਹੈ ਕਿ ਕੱਲ੍ਹ ਰੋਜ਼ਗਾਰੀ ਜਦ ਫੈਕਟਰੀਆਂ ਲੱਗਣਗੀ ਤਾਂ ਉਹਦੇ ਵਿੱਚ 80% ਪੰਜਾਬ ਦੇ ਲੋਕਾਂ ਨੂੰ ਹੀ ਨੌਕਰੀਆਂ ਮਿਲਣਗੀ। ਇਹ ਸਾਡਾ ਮੇਨ ਮੁੱਦਾ ਹੈ। ਬਾਕੀ ਸ਼ਹਿਰੀ ਵਿਕਾਸ, SCs ਕਲੇ ਉਹ ਸਾਰਾ ਜੋ ਵੱਡਾ BJP ਦਾ ਮੈਨੀਫੈਸਟੋ ਬਣ ਰਿਹਾ ਹੈ। ਕੀ ਤੁਸੀਂ ਕਿਸ ਪਾਰਟੀ ਨਾਲ ਮੁਕਾਬਲਾ ਸਮਝਦੇ ਹੋ? अभी तो फाइलिंग हुई है, नॉमिनेशन समा दसेगा, अरे तो काफ़ी वक्त है। ਪਹਿਲਾਂ ਸਾਹਿਬ ਕਵਰਿੰਗ सारे दे नाल ਕਵਰਿੰਗ ਕੈਂਡੀਡੇਟ मेरी वाइफ ਸਰ ਕੀ ਕਹੋਗੇ ਸੋਸ਼ਲ ਮੀਡੀਆ ਤੇ ਜਿਹੜਾ ਲਿਖਿਆ ਗਿਆ ਸੀਗਾ, ਸ਼ਬਦ ਲਿਖੇ ਗਏ ਸੀ ਦੂਸਰੀ वो तो मैं कह ही देता। मैं देखो कीर्ति 3-4 दिन पहला प्रेस वाले आई सी, उन्होंने मैंने पूछा सी ये जो सुखबीर बादल ने बयान दिता है 7% ही बारे, मैं तो चुप ही रहा क्योंकि मैं गंदी पॉलिटिक्स खेडना नहीं चाहता। पर जब लोग बकवास का लिखांगे तो यदा रिएक्शन तो होना ही मेरे वालों। मैं भी अपना जवान का पक्का और मैं भी लकीर का फकीर हाँ। जब मैं लग गया ना किसी पीछे ठोकन से
ਤਾਂ ਉਹਨੂੰ ਫਿਰ ਦਿਖਣਾ ਨਹੀਂ ਕੀ ਹੋਣਾ। ਇਹ ਲੋਕ ਭੁੱਲ ਜਾਂਦੇ ਹੈ ਕਿ ਭਾਰਤ ਦੇ ਵਿੱਚ बीजेपी ਦੀ ਸਰਕਾਰ ਹੈ और ये सरकार रहेगी बहुत समय वास्ते। तो जो भी मुलाजिम या जो भी गलत लोग इस तरीके की सियासत करांगे उन्हां दी पूरी कार्रवाई होनी है। और जो जो इन्हां दे नाल मिले सी अज भी मैं कंप्लेंट की है काफ़ी, और ये सारे जो लोग जो पखबाज कर रहे हैं ਉਹਨਾਂ ਨੂੰ ਫਿਰ ਆਪਾਂ ਸਬਕ ਸਿਖਾਵਾਂਗੇ। ਮੇਰੀ ਗਾਰੰਟੀ ਹੈ ਤੁਹਾਨੂੰ, ਵਾਅਦਾ ਹੈ ਮੇਰਾ। ਜਿਹੜੇ ਵੀ ਪ੍ਰੋਜੈਕਟ ਆਏ ਨੇ ਨੈਸ਼ਨਲ ਸੈਂਟਰ ਤੋਂ ਪ੍ਰੋਜੈਕਟ ਆਏ ਨੇ, ਚਾਹੇ ਰੋਡ ਦਾ ਹੋਵੇ ਚਾਹੇ ਟਾਇਲ ਚਾਹੇ ਸਟੇਡੀਅਮ ਦੇ ਵਿੱਚ ਹੈ, ਕੀ ਤੁਸੀਂ ਉਹਦੀ ਜਾਂਚ ਵੀ ਕਰਵਾਓਗੇ ਸਰ? ਦੇਖੋ ਜੇ ਇਹ ਗਲਤੀ ਪੋਲਿਟਿਕਸ ਕਰਾਂਗੇ ਔਰ ਲੋਕ ਡਿਮਾਂਡ ਕਰਨਗੇ तो इंक्वायरी जरूर होनी है। कौन रोक सकता है? जो सेंट्रल सरकार के पैसे हैं और जो बादल साहब कह रहे हैं, सुखबीर जी ने कहा है उस दिन कि ये गडकरी साहब ने उन्होंने जिक्र किया सी, तो फिर मैं सुखबीर नाल बैठ के गल करके देखते हैं की होंगे। PWD वाले एक्सियंस लोग बहुत बदमाशी कर रहे हैं। और देखो इन्होंने कहीं जाना नहीं, राजनीतिक लोग आते हैं जाते हैं, ठीक है, इन्होंने तो नौकरी करनी है। तो जे इन्होंने चंगी नौकरी करनी और विजिलेंस की इंक्वायरी नहीं करवाना चाहते, विजिलेंस की इंक्वायरी अरविंद खन्ना करा सकता और करावेगा। जे इन्होंने पखबाज बंद नहीं किया, हुण पैसे आए हैं बैकडेट करके अलॉट करी जा रहे हैं। मैं की सोचते, मैं बेवकूफ़, मैं सरकार 'च 2 बार MLA रह चुके हैं, सरकार चलाई है कैप्टन साहब नाल। जे ये पखबाज करांगे और गंदी राजनीति करांगे तो मैं सारे दे उत्ते इन्नी विजिलेंस की इंक्वायरी करानी है कि इन्हों पता नहीं लग रहा। और दिल्ली तो करावांगे, CBI तो। ਕਿੰਨੇ ਪੈਸੇ ਆਏ ਜਿਹੜੇ ਬੈਕਡੇਟ ਚ ਪਾਏ ਨੇ ਜੀ? जो फाइलां हैगी साडे कोल 10 करोड़ हुण आए, इन्होंने एक गायब करके बैकडेट करके आगे देने की कोशिश कर रहे हैं। कॉन्ट्रैक्टर को बुलाई जा रहे हैं, कॉन्ट्रैक्टर को बुलाई जा रहे हैं, कह रहे हैं जी तुसी जो भी है तो सारा इन्हों पता ही है, मैं कि ये डिटेल से नहीं जाना, पर इन्हों भी मैं सावधान करना चाहता कि तुसी अपना सरकारी काम करो, पॉलिटिक्स के दखलअंदाजी ना दो, तुहानूं सूट नहीं करता। पॉलिटिक्स पॉलिटिशियन वास्ते छड्ड दो, बाकी आपां तुहानूं छड्ड दांगे। ਪਿੰਡਾਂ 'ਚ ਕੀ ਉਧਾਰ ਰਹੇਗਾ ਤੁਹਾਡਾ BJP ਦਾ? ਪਿੰਡਾਂ ਦੇ ਵਿੱਚ ਸਾਨੂੰ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਹੈ। ਉਮੀਦ ਸੰਸਥਾ ਨੇ ਇਸ ਇਲਾਕੇ ਦੇ ਵਿੱਚ ਇੰਨੀ ਸੇਵਾ ਕੀਤੀ ਹੈ, ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਇੰਨੀ ਤਪੱਸਿਆ ਇਸ ਇਲਾਕੇ ਦੇ ਵਿੱਚ, ਪਿੰਡਾਂ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਢੀਂਡਸਾ ਸਾਹਿਬ ਦੀ ਆਸ਼ੀਰਵਾਦ ਨਾਲ, ਮੇਰੀ ਉਮੀਦ ਸੰਸਥਾ ਦੇ ਕੰਮਾਂ ਨਾਲ। ਔਰ ਬਹੁਤ ਵੱਡੀ ਗੱਲ ਜੋ ਮੈਂ ਕਹਿਣਾ ਚਾਹੁੰਦਾ ਤੁਹਾਨੂੰ, ਲੋਕ ਇਗਨੋਰ ਕਰ ਦਿੰਦੇ ਆ, प्रधानमंत्री साहब ने वो कानून कल वापस ही नहीं लेते, प्रधानमंत्री साहब ने माफ़ी भी मांगी है। तो ये तीनों जो चीज़ां ये बहुत बड़ा रोल प्ले कर रही है और मैनू खुशी नाल लोग पिंडां दे विच स्वागत कर रहे हैं। ਲੋਕਾਂ ਦੇ ਮਨਾਂ 'ਚ ਸਵਾਲ ਹੈ ਵੀ ਤੁਸੀਂ ਧੂਰੀ ਨੂੰ ਧੂਰਾ ਛੱਡ ਕੇ ਚਲੇ ਗਏ ਸੀ, ਵੀ ਹੁਣ ਸੰਗਰੂਰ ਨੂੰ ਧੂਰਾ ਤਾਂ ਨਹੀਂ ਛੱਡੋਗੇ? मैं संगरूर तो 14 मैं तो 5 साल MLA रहा, 14 साल सेवा की, मैं धूरी नूं नहीं छड्डी, मैं सियासत छड्डती सी। बोलो साहब मैं एक गल दसना चाहता तुहानूं, जे मैं लालची होंदा तो मेरे 3 साल बकायदा सी, जे मैं घरे बह के 1.5 लाख रुपया हर महीने तनख्वाह भी ले सकता सी, पर मैं तनख्वाह नूं भी छड्डी क्योंकि मैं सियासत छड्डी है। मैं एक सच्चा आदमी है, मैं किसी दे नाल ये चीज़ां नहीं करता, धोखा नहीं करता। मैं कांग्रेस पार्टी तो दुखी होके घरे बह गया सी। तुसी अगली बार बादल साहब आंदे उन्होंने पूछो कि तुसी खन्ना साहब नूं दित्ती सी जिमनी चोन की ऑफर कि तू लड़ ले मंत्री बन जा, मैं वो भी ठुकराया सी। तो मैं कोई इस तरीके नाल सियासत तो इन्ना माड़ा हाल है पंजाब दा, और सच्चाई नाल मैं कहंदा कि जे आज पंजाब नूं कोई बचा सकदा, नरेंद्र मोदी ते भारतीय जनता पार्टी बचा सकती है। और इस करके मैं वापस सियासत च आया। एक गल होर मैं कहना चाहता, जब मैं सियासत छड्डी सी 2014 दे विच, मेरे नाल जो लोग जुड़े हुए सी उन्हां नूं मैं नहीं छड्डिया। उन्हां दे अज भी मेरे कोल नंबर है, उन्हां दे नाल पिछले 7 साल भी मेरी गल्लां होंदी रहंदी है, उन्हां दे दुख सुख विच भी मैं उन्हां दे नाल गलबात करदा सी। इस करके अज जो तुसी माहौल देखो, जो मेरे नाल बंदे जुड़े हुए हैं और हर एक पार्टी तो जुड़े हुए, कि हर एक पार्टी मेरे नाल जुड़ी हुई सी। उम्मीद संस्था की तो सेवा कोई भुलदा नहीं। खन्ना साहब थोड़े नाल जेडी लोकल BJP लीडरशिप है वो आज पूरी प्रॉपर नहीं कर रही, की काम ने? बिल्कुल तुर रही है, गलतफहमी ना तुसी भी ना करो, बिल्कुल तुर रही है। एक BJP दा ते ढींडसा साहब दी पार्टी दा, श्रोमणी अकाली दल समूह एक बंदा बिल्कुल मूहरे लग्या हुआ है, इंक्लूडिंग कालरा साहब, हर एक बंदा नाल है साडे। ਸਰ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ ਹਰ ਹਲਕੇ ਦੇ ਵਿੱਚ। ਪ੍ਰਵਾਸੀਆਂ ਨੇ पूरे पंजाब दे देखो, आपां जे नशा की गल करते हैं, नशा इन्ना माड़ा हाल नहीं है पंजाब दा। जे आपां रोज़गारी पैदा कर दांगे, जे बच्चियां नूं सही दिशा ते पा दांगे तो उन्हां दा मन नशे तो हट जाऊगा। जे आपां उन्हां नूं वेले छड्ड दांगे, तो तुसीं मैनूं वेला छड्ड दो अगले 3 महीने,
मैं भी कहीं ना कहीं तो कुछ कांड ही कर दांगा ਦੁਬਾਰਾ ਪੋਲਿਟਿਕਸ ਕਿਉਂ ਜੁਆਇਨ ਕੀਤੀ ਹੈ क्योंकि मैनू भारतीय जनता पार्टी और नरेंद्र मोदी और उन्होंने दी टीम ते इतना विश्वास है। मैं देखा दिल्ली बह के पिछले 7 साल किस तरीके नाल भारतीय जनता पार्टी हिंदुस्तान नू अगे ले जा रही है और मैं यकीनन कह सकदा कि आने वाले समय दे विच जब पंजाब दे विच भारतीय जनता पार्टी अकाली दल मुक्त दी सरकार बनेगी तो तुसी देखना किस रूप विच भारतीय जनता पार्टी पंजाब दे विच एम्प्लॉयमेंट क्रिएट करती है, विकास क्रिएट करती है। ये जो अज आप पंजाब के विकास की गल करते हैं, सड़कों की गल करते हैं, ये सड़कों का पैसा कल संगरूर च नहीं आया, पूरे पंजाब के पूरे हिंदुस्तान दे विच मिस्टर नितिन गडकरी के महकमे के राही ये सारी डिवेलपमेंट सड़कों की की जा रही है। तो नरेंद्र मोदी सरकार ऑल इंडिया दे विच डिवेलपमेंट करना चाहती है। नरेंद्र मोदी सरकार को पता है कि पंजाब एक इंडिया का बहुत इंपॉर्टेंट हिस्सा है, तो ये भी वो बिल्कुल आप पंजाब को अगे ले जाने की नीतियाँ बनावांगे। आप माई विजन फॉर संगरूर मोस्ट इंपॉर्टेंट इज एम्प्लॉयमेंट क्रिएशन, मोस्ट इंपॉर्टेंट जो संगरूर को लोड़ हैगी। देखो डिवेलपमेंट एक पद्धर से तो हो ही जाती है, सड़क बनी जाती है, नालियाँ गलियाँ बनी जाती है, स्कूल्स बन जाते हैं, पर जो मोस्ट इंपॉर्टेंट 3 मुद्दे हैं संगरूर दे और इनडायरेक्टली पंजाब दे, सरकारी हस्पताल, सरकारी जो मेडिकल है, सरकारी स्कूलों का हाल, सरकारी एजुकेशन यूनिवर्सिटी का एंड एम्प्लॉयमेंट क्रिएशन। मैं चाहता कि पंजाब का कोई नौजवान ग्रेजुएशन के बाद यह ना कहे कि मैं बाहर जाना चाहता, वो कहेगा मैं सूबे च रहना चाहता। ये है मेरा मिशन पंजाब एंड मिशन संगरूर। खन्ना साहब अज नॉमिनेशन तो आएंगे, सारे आ रहे हैं, वर्कर लेवल ते बहुत सारे लोग हर पार्टी चो भारतीय जनता पार्टी में शामिल होना चाहते हैं। अज तक कोई नाम दस सकते हो कि किहड़े-किहड़े मैं नहीं, तो पता ही लग जूना प्रेस रिलीज आ जाएगी। मैं क्या बोले साहब, मैं क्या ही देता कि आप कानून निकालांगे कि कल नई फैक्ट्रियां दे विच ही नहीं